ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਬਰੁਣ ਕੌਰ ਮਾਨ। ਖਬਰਾਂ ਦੇ ਬ੍ਰਿਟਨ 'ਚ ਤੁਹਾਡਾ ਸਵਾਗਤ। ਖਬਰਾਂ ਦੇ ਬ੍ਰਿਟਨ ਦੇ ਸਪਾਂਸਰ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨੇ ਪ੍ਰਮੰਨੇ ਨਾਮ ਪੇਸ਼ ਨੇ। ਪਹਿਲਾਂ ਚੋਣਵੀਆਂ ਖਬਰਾਂ। ਬ੍ਰਿਟੇਨ ਨੇ ਯੂਕਰੇਨੀ ਨਾਗਰਿਕਾਂ ਲਈ ਫੈਮਿਲੀ ਵੀਜ਼ਾ ਯੋਜਨਾ ਕੀਤੀ ਸ਼ੁਰੂ। ਜਹਾਜ਼ ਵਿੱਚ ਸਫ਼ਰ ਹੋਇਆ ਮਹਿੰਗਾ। ਏਅਰਲਾਈਨਸ ਨੇ ਇਕਨੋਮਿਕ ਟਿਕਟਾਂ ਦੇ 40-50% ਵਧਾਏ ਰੇਟ। ਕੈਨੇਡਾ ਸਰਕਾਰ ਨੇ ਯੂਕਰੇਨ ਦੇ ਨਾਗਰਿਕਾਂ ਲਈ ਵੀਜ਼ਾ ਸ਼ਰਤਾਂ ਕੀਤੀਆਂ ਨਰਮ। ਸਿੰਗਾਪੁਰ ਨੇ ਭਾਰਤੀਆਂ ਨੂੰ ਇਕਾਂਤਵਾਸ ਮੁਕਤ ਯਾਤਰਾ ਦੀ ਦਿੱਤੀ ਆਗਿਆ। ਯੂਕਰੇਨ ਦੇ ਰਾਸ਼ਟਰਪਤੀ ਦੇ ਘਰ ਦੇ ਬਾਹਰ ਡਿੱਗਿਆ ਰਾਕੇਟ, ਬੋਲੇ ਖੁੰਝਿਆ ਨਿਸ਼ਾਨਾ। ਪੁਤਿਨ ਦੀ ਫੌਜ ਦੇ ਕਬਜ਼ੇ ਵਿੱਚ ਯੂਰਪ ਦਾ ਸਭ ਤੋਂ ਵੱਡਾ ਪਰਮਾਣੂ ਪਲਾਂਟ। ਯੂਕਰੇਨ ਨੇ ਦੁਨੀਆ ਤੋਂ ਮੰਗੀ ਮਦਦ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਸਰਕਾਰ ਵੱਲੋਂ ਯੂਕਰੇਨੀ ਨਾਗਰਿਕਾਂ ਲਈ ਪਹਿਲਾਂ ਹੀ ਐਲਾਨੀ ਫੈਮਿਲੀ ਵੀਜ਼ਾ ਯੋਜਨਾ ਦੀ ਸ਼ੁੱਕਰਵਾਰ ਨੂੰ ਰਸਮੀ ਤੌਰ ਤੇ ਸ਼ੁਰੂ ਕਰ ਦਿੱਤੀ ਹੈ। ਇਸ ਯੋਜਨਾ ਤਹਿਤ ਯੂਕਰੇਨੀ ਮੂਲ ਦੇ ਬ੍ਰਿਟਿਸ਼ ਨਾਗਰਿਕ ਅਤੇ ਬ੍ਰਿਟੇਨ ਵਿੱਚ ਸੈਟਲ ਹੋਏ ਯੂਕਰੇਨੀ ਨਾਗਰਿਕ ਰੂਸ ਨਾਲ ਸੰਘਰਸ਼ ਤੋਂ ਪ੍ਰਭਾਵਿਤ ਆਪਣੇ ਯੂਕਰੇਨੀ ਰਿਸ਼ਤੇਦਾਰਾਂ ਨੂੰ ਬਿਨਾਂ ਕਿਸੇ ਵੀਜ਼ਾ ਫੀਸ ਦੇ ਭੁਗਤਾਨ ਦੇ ਬ੍ਰਿਟੇਨ ਲਿਜਾ ਸਕਣਗੇ। ਭਾਰਤੀ ਮੂਲ ਦੀ ਪਟੇਲ ਨੇ ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈਣ ਲਈ ਯੂਕਰੇਨ ਨਾਲ ਲੱਗਦੀ ਸਰਹੱਦ ਤੇ ਸਥਿਤ ਪੂਰਬੀ ਪੋਲੈਂਡ ਦੇ ਮੈਡਾਇਕਾ ਖੇਤਰ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਨੇ ਜੰਗ ਪ੍ਰਭਾਵਿਤ ਦੇਸ਼ਾਂ ਨਾਲ ਗੁਆਂਢੀ ਦੇਸ਼ਾਂ ਵਿੱਚ ਭੱਜਣ ਵਾਲੇ ਯੂਕਰੇਨੀ ਨਾਗਰਿਕਾਂ ਲਈ ਵੀਜ਼ਾ ਸੇਵਾ ਦੇ ਵਿਸਤਾਰ ਦਾ ਐਲਾਨ ਵੀ ਕੀਤਾ ਹੈ। ਪਰਿਵਾਰ ਵੀਜ਼ਾ ਯੋਜਨਾ ਤਹਿਤ ਬ੍ਰਿਟੇਨ ਵਿੱਚ ਰਹਿ ਰਹੇ ਯੂਕਰੇਨੀ ਮੂਲ ਦੇ ਨਾਗਰਿਕਾਂ ਦੀ ਮਦਦ ਕਰਨ ਦੀ ਦਿਸ਼ਾ 'ਚ ਹਰ ਸੰਭਵ ਕਦਮ ਚੁੱਕੇਗੀ। ਉਹਨਾਂ ਨੇ ਕਿਹਾ ਕਿ ਮੈਂ ਯੂਕਰੇਨੀ ਸਰਕਾਰ ਅਤੇ ਗੁਆਂਢੀ ਦੇਸ਼ਾਂ ਨਾਲ ਚਰਚਾ ਤੋਂ ਬਾਅਦ ਯੂਕਰੇਨੀ ਪਰਿਵਾਰਾਂ ਲਈ ਵੀਜ਼ਾ ਯੋਜਨਾ ਵਿਕਸਿਤ ਕੀਤੀ ਹੈ ਅਤੇ ਮੈਨੂੰ ਮਾਣ ਹੈ ਕਿ ਮੈਂ ਇਸ ਨੂੰ ਕੁਝ ਹੀ ਦਿਨਾਂ ਵਿੱਚ ਲਾਂਚ ਕਰ ਦਿੱਤਾ ਹੈ, ਜਿਸ ਨਾਲ ਉਹਨਾਂ ਯੂਕਰੇਨੀ ਨਾਗਰਿਕਾਂ ਨੂੰ ਜਲਦ ਸੁਰੱਖਿਅਤ ਰੂਪ ਨਾਲ ਮੁਫਤ ਵਿੱਚ ਬ੍ਰਿਟੇਨ ਆਉਣ ਦਾ ਮੌਕਾ ਮਿਲੇਗਾ, ਜਿਨ੍ਹਾਂ ਦੇ ਰਿਸ਼ਤੇਦਾਰ ਬ੍ਰਿਟੇਨ ਵਿੱਚ ਰਹਿੰਦੇ ਨੇ। ਪਟੇਲ ਨੇ ਕਿਹਾ ਕਿ ਬ੍ਰਿਟੇਨ ਯੂਕਰੇਨ ਦੇ ਲੋਕਾਂ ਨਾਲ ਮੋਢਾ ਜੋੜ ਕੇ ਖੜਾ ਹੈ। ਉਹ ਉਹਨਾਂ ਨੂੰ ਹਰ ਸੰਭਵ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਨੂੰ ਵਚਨਬੱਧ ਹੈ। ਪਰਿਵਾਰ ਵੀਜ਼ਾ ਯੋਜਨਾ ਵਿੱਚ ਪਹਿਲੇ ਸਿਰਫ ਜੀਵਨ ਸਾਥੀ ਅਤੇ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਸੀ, ਪਰ ਹੁਣ ਇਸ ਦਾ ਵਿਸਤਾਰ ਮਾਤਾ-ਪਿਤਾ, ਦਾਦਾ-ਦਾਦੀ ਅਤੇ ਭਰਾ-ਭੈਣ ਲਈ ਵੀ ਕਰ ਦਿੱਤਾ ਗਿਆ ਹੈ। ਭਾਰਤ ਵਿੱਚ ਹੁਣ ਹਵਾਈ ਯਾਤਰਾ ਵੀ ਮਹਿੰਗੀ ਹੋ ਗਈ ਹੈ। ਦਿੱਲੀ ਬੰਬਈ ਵਿੱਚ 2500 ਰੁਪਏ ਵਿੱਚ ਮਿਲਣ ਵਾਲਾ ਏਅਰ ਇੰਡੀਆ ਦਾ ਟਿਕਟ ਹੁਣ 4000 ਰੁਪਏ ਵਿੱਚ ਮਿਲ ਰਿਹਾ ਹੈ। ਇਹ ਟਿਕਟ ਇੰਡੀਗੋ ਤੋਂ ਸਫ਼ਰ ਕਰਨ ਤੇ 6000 ਰੁਪਏ ਦਾ ਹੈ। ਟਿਕਟ ਮਹਿੰਗਾ ਹੋਣ ਦੇ ਦੋ ਕਾਰਨ ਦੱਸੇ ਜਾ ਰਹੇ ਨੇ। ਪਹਿਲਾ ATF ਦਾ 26% ਮਹਿੰਗਾ ਹੋਣਾ, ਦੂਜਾ ਸੀਟਾਂ ਦੀ 80 ਤੋਂ 90% ਤੱਕ ਵਿਕਰੀ। ਸਾਲ 2022 ਦੀ ਸ਼ੁਰੂਆਤ ਤੋਂ ਹੀ ਹਰ 15 ਦਿਨ ਵਿੱਚ ਐਵੀਏਸ਼ਨ ਟਰਬਾਈਨ ਫਿਊਲ ਵੱਧ ਰਿਹਾ ਹੈ। ਹੁਣ ਪੰਜਵੀਂ ਵਾਰ 3.5% ਵਧਣ ਤੋਂ ਬਾਅਦ ਇਸ ਸਾਲ ATF 26% ਤੱਕ ਵੱਧ ਚੁੱਕਾ ਹੈ। ਹਾਲਾਂਕਿ ਹਵਾਈ ਯਾਤਰਾ ਦੇ ਟਿਕਟ ਦਾ 1 ਸਾਲ ਪਹਿਲਾਂ ਤੋਂ ਖਰੀਦੇ ਜਾ ਸਕਦੇ ਨੇ, ਪਰ ਏਅਰਲਾਈਨਸ ਇਹ ਦੇਖਦੀਆਂ ਨੇ ਕਿ ਹਵਾਈ ਯਾਤਰਾ ਤੋਂ 1 ਮਹੀਨੇ ਪਹਿਲਾਂ ਘੱਟੋ ਘੱਟ 30% ਟਿਕਟ ਜ਼ਰੂਰ ਵਿਕ ਜਾਣ। ਜੇ ਅਜਿਹਾ ਨਹੀਂ ਹੁੰਦਾ ਤਾਂ ਟਿਕਟ ਦੇ ਰੇਟ ਘਟਾ ਦਿੱਤੇ ਜਾਂਦੇ ਨੇ ਜਾਂ ਫਿਰ ਕੁਝ ਆਫਰ ਨਾਲ ਟਿਕਟ ਵਿਕਰੀ ਕੀਤੀ ਜਾਂਦੀ ਹੈ। ਰਿਪੋਰਟਾਂ ਮੁਤਾਬਕ ਕਰੋਨਾ ਦੇ ਹਾਲਾਤ ਕਾਬੂ ਹੋਣ ਪਿੱਛੋਂ ਹੁਣ ਲੋਕ ਹਵਾਈ ਸਫ਼ਰ ਵਿੱਚ ਵਧੇਰੇ ਉਤਸ਼ਾਹ ਦਿਖਾ ਰਹੇ ਨੇ, ਜਿਸ ਕਰਕੇ ਏਅਰਲਾਈਨਸ ਫੇਅਰ ਦਾ ਡਾਇਨਾਮਿਕ ਤਰੀਕਾ ਇਸਤੇਮਾਲ ਕਰ ਰਹੀ ਹੈ। ਮਤਲਬ ਸੀਟਾਂ ਤੇਜ਼ੀ ਨਾਲ ਵਿਕ ਰਹੀਆਂ ਨੇ, ਇਸ ਲਈ ਕਿਰਾਏ ਵਧਾ ਦਿੱਤੇ ਗਏ ਨੇ। ਪਰ ਜੇ ਯਾਤਰਾ ਤੋਂ 1 ਮਹੀਨੇ ਪਹਿਲਾਂ 30% ਤੱਕ ਟਿਕਟ ਦੀ ਵਿਕਰੀ ਹੋ ਚੁੱਕੀ ਹੋਵੇ ਤਾਂ ਸੀਟਾਂ ਦੇ 80% ਤੱਕ ਭਰਨ ਦੀ ਉਮੀਦ ਹੁੰਦੀ ਹੈ ਤਾਂ ਟਿਕਟਾਂ ਦੇ ਰੇਟ ਵਧਾ ਦਿੱਤੇ ਜਾਂਦੇ ਨੇ। ਇਸ ਨੂੰ ਡਾਇਨਾਮਿਕ ਫੇਅਰ ਸਿਸਟਮ ਕਹਿੰਦੇ ਨੇ, ਜਿਸ ਵਿੱਚ 10% ਟਿਕਟ ਵਿਕਰੀ ਦੇ ਨਾਲ ਅਗਲੇ 10% ਟਿਕਟਾਂ ਦੇ ਰੇਟ ਵੱਧ ਜਾਂਦੇ ਹਨ। ਕੈਨੇਡਾ ਸਰਕਾਰ ਨੇ ਯੂਕਰੇਨ ਵਿੱਚ ਚੱਲ ਰਹੀ ਜੰਗ ਤੋਂ ਜਾਨਾਂ ਬਚਾ ਕੇ ਕੈਨੇਡਾ ਪਹੁੰਚਣ ਵਾਲੇ ਯੂਕਰੇਨੀਆਂ ਵਾਸਤੇ ਵੀਜ਼ਾ, ਵਰਕ ਪਰਮਿਟ ਅਤੇ ਇਮੀਗ੍ਰੇਸ਼ਨ ਦੀਆਂ ਸ਼ਰਤਾਂ ਨਰਮ ਕਰ ਦਿੱਤੀਆਂ ਨੇ ਅਤੇ ਹਰ ਤਰ੍ਹਾਂ ਦੇ ਵੀਜ਼ਾ ਅਤੇ ਪਰਮਿਟ ਦੀਆਂ ਫੀਸਾਂ ਦਾ ਮੁਆਫ ਕਰ ਦਿੱਤੀਆਂ ਗਈਆਂ ਨੇ। ਇਹ ਵੀ ਕਿ ਕੈਨੇਡਾ ਭਰ ਵਿੱਚ ਕਾਰੋਬਾਰੀਆਂ ਨੂੰ ਨਵੇਂ ਆ ਰਹੇ ਲੋਕਾਂ ਨੂੰ ਨੌਕਰੀਆਂ ਦੇਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਨੇ। ਯੂਕਰੇਨ ਦੇ ਪੱਛਮ ਵਿੱਚ ਗੁਆਂਢੀ ਦੇਸ਼ਾਂ ਤੋਂ ਕੈਨੇਡਾ ਦਾ ਵੀਜ਼ਾ ਅਤੇ ਉਡਾਣ ਲੈ ਕੇ ਕੈਨੇਡਾ ਪੁੱਜਣਾ ਆਸਾਨ ਕੀਤਾ ਜਾ ਰਿਹਾ। ਆਸਟਰੀਆ 'ਚ ਵਿਆਨਾ, ਪੋਲੈਂਡ 'ਚ ਵਾਰਸਾ ਅਤੇ ਰੋਮਾਨੀਆ 'ਚ ਬੁਖਾਰੈਸਟ ਸਮੇਤ ਯੂਰਪ 'ਚ 30 ਤੋਂ ਵੱਧ ਸ਼ਹਿਰਾਂ ਤੋਂ ਕੈਨੇਡਾ ਦੇ ਦੂਤ ਘਰਾਂ ਦੇ ਸਟਾਫ ਵੱਲੋਂ ਵੀਜ਼ਾ ਅਰਜ਼ੀਕਰਤਾਵਾਂ ਦੀ ਮਦਦ ਕੀਤੀ ਜਾਏਗੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਅਤੇ ਰੱਖਿਆ ਮੰਤਰੀ ਅਨੀਤਾ ਆਨੰਦ ਦੀ ਹਾਜ਼ਰੀ ਵਿੱਚ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਬੀਤੇ ਕੱਲ੍ਹ ਰਾਜਧਾਨੀ ਓਟਾਵਾ ਵਿਖੇ ਕਿਹਾ
ਕਿ ਆਰਜੀ ਵੀਜ਼ਾ ਨਾਲ ਦੇਸ਼ ਵਿੱਚ 2 ਸਾਲਾਂ ਤੱਕ ਰਹਿਣਾ ਸੰਭਵ ਹੋਏਗਾ, ਜਿਸ ਦੇ ਆਧਾਰ ਤੇ ਸਟੱਡੀ ਅਤੇ ਵਰਕ ਪਰਮਿਟ ਵੀ ਪ੍ਰਾਪਤ ਕੀਤਾ ਜਾ ਸਕੇਗਾ। ਮੰਤਰੀ ਫਰੇਜ਼ਰ ਨੇ ਇਹ ਵੀ ਕਿਹਾ ਕਿ ਕੈਨੇਡਾ 'ਚ ਪਹਿਲਾਂ ਤੋਂ ਆਰਜੀ ਵੀਜ਼ਾ ਨਾਲ ਪੁੱਜੇ ਹੋਏ ਯੂਕਰੇਨੀ ਨਾਗਰਿਕਾਂ ਨੂੰ ਕੈਨੇਡਾ ਛੱਡ ਕੇ ਜਾਣ ਦੀ ਜ਼ਰੂਰਤ ਨਹੀਂ ਹੈ। ਉਹ ਆਪਣੇ ਵੀਜ਼ਾ, ਸਟੱਡੀ ਪਰਮਿਟ ਅਤੇ ਵਰਕ ਪਰਮਿਟ ਦੀ ਮਿਆਦ ਵਧਾ ਸਕਦੇ ਹਨ। ਸਿੰਗਾਪੁਰ ਵਿੱਚ ਦਾਖਲੇ ਲਈ ਸਾਰੇ ਭਾਰਤੀ ਸ਼ਹਿਰਾਂ ਅਤੇ ਮਲੇਸ਼ੀਆ ਦੇ ਪੈਨਾਂਗ ਤੇ ਇੰਡੋਨੇਸ਼ੀਆ ਦੇ ਬਾਲੀ ਤੋਂ ਆਉਣ ਵਾਲੇ ਅਜਿਹੇ ਹਵਾਈ ਯਾਤਰੀਆਂ ਨੂੰ 16 ਮਾਰਚ ਤੋਂ ਇਕਾਂਤਵਾਸ ਹੋਣ ਦੀ ਲਾਜ਼ਮੀ ਸ਼ਰਤ ਪੂਰੀ ਕਰਨ ਦੀ ਲੋੜ ਨਹੀਂ ਪਏਗੀ, ਜਿਨ੍ਹਾਂ ਨੇ ਕਰੋਨਾ ਰੋਕੂ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਲਈਆਂ ਨੇ। ਇੱਕ ਸੀਨੀਅਰ ਮੰਤਰੀ ਨੇ ਇਹ ਐਲਾਨ ਕੀਤਾ ਹੈ। ਟਰਾਂਸਪੋਰਟ ਮੰਤਰੀ ਐਸ ਈਸ਼ਵਰਨਰ ਨੇ ਕਿਹਾ ਕਿ ਸਿੰਗਾਪੁਰ ਆਪਣੀਆਂ ਸਰਹੱਦਾਂ ਨੂੰ ਸੁਰੱਖਿਅਤ ਤੌਰ ਤੇ ਖੋਲ੍ਹਣ ਦੀ ਦਿਸ਼ਾ ਵਿੱਚ ਅੱਗੇ ਵਧਣ ਦੀ ਯੋਜਨਾ ਬਣਾ ਰਿਹਾ ਹੈ ਅਤੇ ਉਹ ਆਲਮੀ ਵਪਾਰ ਤੇ ਹਵਾਵਾਜ਼ੀ ਕੇਂਦਰ ਦੇ ਆਪਣੇ ਦਰਜੇ ਨੂੰ ਮੁੜ ਹਾਸਲ ਕਰਨਾ ਚਾਹੁੰਦਾ ਹੈ। ਸਿੰਗਾਪੁਰ ਸ਼ਹਿਰੀ ਹਵਾਵਾਜ਼ੀ ਅਥਾਰਟੀ ਨੇ ਦੱਸਿਆ ਕਿ ਭਾਰਤ ਲਈ ਟੀਕਾਕਰਨ ਯਾਤਰਾ ਲੇਨ, ਚੇਨਈ, ਦਿੱਲੀ ਅਤੇ ਬੰਬਈ ਦੇ ਨਾਲ-ਨਾਲ ਹੁਣ ਬਾਕੀ ਸ਼ਹਿਰਾਂ ਲਈ ਵੀ ਖੋਲ੍ਹ ਦਿੱਤੀ ਜਾਏਗੀ। CAS ਅਨੁਸਾਰ ਮਲੇਸ਼ੀਆ ਅਤੇ ਇੰਡੋਨੇਸ਼ੀਆ ਦੇ ਕਈ ਹੋਰ ਸ਼ਹਿਰਾਂ ਤੋਂ ਵੀ ਹਵਾਈ ਯਾਤਰੀ ਇਕਾਂਤਵਾਸ ਵਿੱਚ ਜਾਣ ਤੋਂ ਬਿਨਾਂ ਸਿੰਗਾਪੁਰ ਵਿੱਚ ਦਾਖਲ ਹੋ ਸਕਣਗੇ। ਯੂਕਰੇਨ ਤੇ ਰੂਸ ਦਾ ਹਮਲਾ ਤੇਜ਼ੀ ਨਾਲ ਜਾਰੀ ਹੈ। ਰੂਸੀ ਫੌਜ ਯੂਕਰੇਨ ਦੇ ਫੌਜੀ ਬੇਸ ਤਬਾਹ ਕਰ ਚੁੱਕੀ ਹੈ ਤੇ ਜੋ ਕੁਝ ਬਚੇ ਨੇ ਉਹਨਾਂ ਉੱਤੇ ਲਗਾਤਾਰ ਬੰਬਾਰੀ ਕੀਤੀ ਜਾ ਰਹੀ ਹੈ। ਪਰ ਯੂਕਰੇਨ ਬਾਰ-ਬਾਰ ਇਹ ਦਾਅਵਾ ਕਰ ਰਿਹਾ ਹੈ ਕਿ ਰੂਸ ਉਹਨਾਂ ਦੇ ਰਾਸ਼ਟਰਪਤੀ ਜ਼ੈਲੈਂਸਕੀ ਦੀ ਹੱਤਿਆ ਦੀ ਕੋਸ਼ਿਸ਼ ਕਰ ਰਿਹਾ। ਹੁਣ ਯੂਕਰੇਨ ਦੇ ਰਾਸ਼ਟਰਪਤੀ ਦੀ ਰਿਹਾਇਸ਼ ਤੇ ਇੱਕ ਰਾਕੇਟ ਦਾ ਟੁਕੜਾ ਡਿੱਗਿਆ ਹੋਇਆ ਮਿਲਿਆ ਹੈ, ਜਿਸ ਨੂੰ ਯੂਕਰੇਨੀ ਰਾਸ਼ਟਰਪਤੀ ਤੇ ਕੀਤਾ ਗਿਆ ਹਮਲਾ ਦੱਸਿਆ ਜਾ ਰਿਹਾ। ਖੁਦ ਜ਼ੈਲੈਂਸਕੀ ਨੇ ਆਪਣੀ ਰਿਹਾਇਸ਼ ਦੇ ਬਾਹਰ ਡਿੱਗੇ ਇਸ ਰਾਕੇਟ ਨੂੰ ਲੈ ਕੇ ਟਿੱਪਣੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਸ ਦਾ ਨਿਸ਼ਾਨਾ ਚੁੱਕ ਗਿਆ। ਮਤਲਬ ਇੱਕ ਵਾਰ ਫਿਰ ਜ਼ੈਲੈਂਸਕੀ ਨੇ ਇਹ ਦੱਸਿਆ ਕਿ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਪਹਿਲਾਂ ਵੀ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਜ਼ੈਲੈਂਸਕੀ ਨੂੰ 3 ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਉਹ ਹਰ ਵਾਰ ਕਿਸੇ ਤਰ੍ਹਾਂ ਬਚ ਗਏ। ਇੱਕ ਪਾਸੇ ਜਿੱਥੇ ਯੂਕਰੇਨ ਦੇ ਰਾਸ਼ਟਰਪਤੀ ਦੀ ਰਿਹਾਇਸ਼ ਦੇ ਬਾਹਰ ਰਾਕੇਟ ਡਿੱਗਿਆ ਹੈ, ਉੱਥੇ ਰੂਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਦੇਸ਼ ਛੱਡ ਕੇ ਜਾ ਚੁੱਕੇ ਨੇ। ਰੂਸ ਦੇ ਸਰਕਾਰੀ ਮੀਡੀਆ ਹਾਊਸ ਸਪੁਤਨਿਕ ਨੇ ਇਹ ਦਾਅਵਾ ਕੀਤਾ ਹੈ ਕਿ ਜਿਸ ਵਿੱਚ ਦੱਸਿਆ ਗਿਆ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਨੇ ਪੋਲੈਂਡ ਵਿੱਚ ਸ਼ਰਨ ਲਈ ਹੈ। ਹਾਲਾਂਕਿ ਯੂਕਰੇਨ ਵੱਲੋਂ ਇਸ ਦਾਅਵੇ ਨੂੰ ਖਾਰਜ ਕੀਤਾ ਗਿਆ। ਯੂਕਰੇਨ ਨੇ ਕਿਹਾ ਕਿ ਜ਼ੈਲੈਂਸਕੀ ਨੇ ਅਜੇ ਦੇਸ਼ ਨਹੀਂ ਛੱਡਿਆ ਹੈ ਤਾਂ ਅਜੇ ਵੀ ਯੂਕਰੇਨ ਵਿੱਚ ਨੇ। ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਕੱਲ 9ਵਾਂ ਦਿਨ ਸੀ। ਯੂਕਰੇਨ ਖੁਦ ਤੇ ਹੋਏ ਹਮਲੇ ਦਾ ਪੂਰੀ ਤਾਕਤ ਨਾਲ ਜਵਾਬ ਦੇ ਰਿਹਾ, ਪਰ ਬਾਵਜੂਦ ਇਸ ਦੇ ਰਣਨੀਤਿਕ ਰੂਪ ਵਿੱਚ ਅਹਿਮ ਸ਼ਹਿਰ ਖੋਰਸੇਨ ਅਤੇ ਜ਼ੈਪੋਰਜ਼ੀਆ ਪਰਮਾਣੂ ਪਾਵਰ ਪਲਾਂਟ ਤੇ ਰੂਸ ਦਾ ਕਬਜ਼ਾ ਹੋ ਚੁੱਕਿਆ ਹੈ। ਇਹ ਯੂਰਪ ਦਾ ਸਭ ਤੋਂ ਵੱਡਾ ਪਰਮਾਣੂ ਪਲਾਂਟ ਹੈ। ਖੇਤਰੀ ਮਿਲਟਰੀ ਪ੍ਰਸ਼ਾਸਨ ਨੇ ਇੱਕ ਬਿਆਨ ਵਿੱਚ ਦੱਸਿਆ ਹੈ ਕਿ ਇਨਰਹੋਦਾਰ ਸ਼ਹਿਰ ਵਿੱਚ ਸਥਿਤ ਜ਼ੈਪੋਰਜ਼ੀਆ ਪਲਾਂਟ ਵਿੱਚ ਰਿਐਕਟਰ ਨੰਬਰ 1 ਦੇ ਕੰਪਾਰਟਮੈਂਟ ਨੂੰ ਨੁਕਸਾਨ ਪੁੱਜਾ ਹੈ, ਪਰ ਇਸ ਨਾਲ ਊਰਜਾ ਪਲਾਂਟ ਦੀ ਸੁਰੱਖਿਆ ਤੇ ਅਸਰ ਨਹੀਂ ਪਿਆ ਤੇ ਕੋਈ ਰੇਡੀਏਸ਼ਨ ਨਹੀਂ ਹੋਈ। ਪ੍ਰਸ਼ਾਸਨ ਅਨੁਸਾਰ ਰੂਸੀ ਹਮਲੇ ਵਿੱਚ 3 ਯੂਕਰੇਨੀ ਫੌਜੀ ਮਾਰੇ ਗਏ ਤੇ 2 ਜ਼ਖਮੀ ਹੋਏ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਇਸ ਮਾਮਲੇ 'ਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨਾਲ ਗੱਲ ਕਰਕੇ ਉਹਨਾਂ ਤੋਂ ਮਦਦ ਮੰਗੀ ਹੈ। ਉਧਰ ਰੂਸ ਚੇਰਨਹੀਵ ਵਿੱਚ ਹਵਾਈ ਹਮਲੇ ਕਰ ਰਿਹਾ। ਹੁਣ ਤੱਕ ਇਨ੍ਹਾਂ ਹਮਲਿਆਂ 'ਚ 47 ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਰੂਸੀ ਫਾਈਟਰਸ ਜਹਾਜ਼ਾਂ ਨੇ ਸਮੁੱਚੀਆਂ ਅਪੀਲਾਂ ਦੇ ਬਾਵਜੂਦ ਸਕੂਲਾਂ ਤੇ ਹਮਲੇ ਬੰਦ ਨਹੀਂ ਕੀਤੇ। ਹੁਣ ਰੂਸੀ ਫਾਈਟਰ ਜਹਾਜ਼ਾਂ ਨੇ ਜ਼ਾਈਟੋਮਿਰ ਵਿੱਚ ਇੱਕ ਮਿਡਲ ਸਕੂਲ ਤੇ ਹਮਲਾ ਕੀਤਾ। ਸਕੂਲ ਦੀ ਇਮਾਰਤ ਤਬਾਹ ਹੋ ਗਈ ਹੈ। ਇਸ ਦਰਮਿਆਨ ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਉਸਨੇ ਹੁਣ ਤੱਕ ਰੂਸ ਦੇ 9000 ਤੋਂ ਜ਼ਿਆਦਾ ਫੌਜੀ ਮਾਰ ਦਿੱਤੇ ਨੇ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੇ ਗੁਆਂਢੀ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਰੂਸ ਤੇ ਪਾਬੰਦੀਆਂ ਲਗਾ ਕੇ ਸਥਿਤੀ ਦੀ ਗੰਭੀਰਤਾ ਨੂੰ ਹੋਰ ਨਾ ਵਧਾਉਣ। ਪੁਤਿਨ ਨੇ ਕਿਹਾ ਕਿ ਸਾਡੇ ਗੁਆਂਢੀਆਂ ਪ੍ਰਤੀ ਸਾਡੀ ਕੋਈ ਗਲਤ ਇੱਛਾ ਨਹੀਂ ਹੈ। ਮੈਂ ਉਹਨਾਂ ਨੂੰ ਸਲਾਹ ਦੇਵਾਂਗਾ ਕਿ ਸਥਿਤੀ ਨੂੰ ਹੋਰ ਗੰਭੀਰ ਨਾ ਬਣਾਓ ਅਤੇ ਕੋਈ ਪਾਬੰਦੀ ਨਾ ਲਗਾਓ। ਅਸੀਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਦੇ ਹਾਂ, ਉਹਨਾਂ ਨੂੰ ਪੂਰਾ ਕਰਨਾ ਜਾਰੀ ਰੱਖਾਂਗੇ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਨੇ ਰੂਸ ਦੇ ਦਿੱਗਜ ਵਪਾਰਕ ਕਾਰੋਬਾਰੀਆਂ ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕਰੀਬੀ ਸਹਿਯੋਗੀਆਂ ਤੇ ਨਵੀਆਂ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ। ਇਹ ਕਾਰਵਾਈ ਰੂਸ ਦੇ ਯੂਕਰੇਨ ਤੇ ਹਮਲੇ ਤੋਂ ਬਾਅਦ ਉਸ ਨੂੰ ਅਲੱਗ-ਥਲੱਗ ਕਰਨ ਲਈ ਲਗਾਈਆਂ ਗਈਆਂ ਵਿਆਪਕ ਪਾਬੰਦੀਆਂ ਦੇ ਤਹਿਤ ਕੀਤੀ ਗਈ ਹੈ। ਇਨ੍ਹਾਂ ਪਾਬੰਦੀਆਂ ਦੇ ਦਾਇਰੇ ਵਿੱਚ ਪੁਤਿਨ ਦੇ ਪ੍ਰੈਸ ਸਕੱਤਰ ਦਮਿਤਰੀ ਪੇਸਕੋਵ ਅਤੇ ਅਲੀਸ਼ੇਰ ਬੁਰਹਾਨੋਵਿਚ ਉਸਮਾਨੋਵ ਹਨ, ਜੋ ਰੂਸ ਦੇ ਅਮੀਰ ਅਤੇ ਪੁਤਿਨ ਦੇ ਕਰੀਬੀ ਸਹਿਯੋਗੀਆਂ ਵਿੱਚੋਂ ਨੇ। ਅਮਰੀਕੀ ਵਿਦੇਸ਼ ਵਿਭਾਗ ਨੇ ਇਹ ਵੀ ਕਿਹਾ ਕਿ ਉਹ 19 ਰੂਸੀ ਵਿਅਕਤੀਆਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀ ਸਹਿਯੋਗੀਆਂ ਤੇ ਵੀਜ਼ਾ ਪਾਬੰਦੀਆਂ ਲਗਾ ਰਿਹਾ।
ਵਾਈਡਨ ਨੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਮੰਤਰੀ ਮੰਡਲ ਨਾਲ ਬੈਠਕ ਦੀ ਸ਼ੁਰੂਆਤ ਵਿੱਚ ਕਿਹਾ ਕਿ ਟੀਚਾ ਪੁਤਿਨ ਅਤੇ ਰੂਸ ਤੇ ਵੱਧ ਤੋਂ ਵੱਧ ਪ੍ਰਭਾਵ ਪਾਉਣਾ ਤੇ ਆਪਣੇ ਆਪ ਤੇ ਦੁਨੀਆ ਭਰ ਵਿੱਚ ਆਪਣੇ ਦੋਸਤਾਂ ਅਤੇ ਸਹਿਯੋਗੀਆਂ ਤੇ ਹੋਣ ਵਾਲੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨਾ। ਵਾਈਟ ਹਾਊਸ ਨੇ ਕਿਹਾ ਕਿ ਪਾਬੰਦੀ ਦੇ ਬਾਅਦ ਕੁਲੀਨ ਵਰਗ ਦੇ ਲੋਕ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਅਮਰੀਕੀ ਵਿੱਤ ਪ੍ਰਣਾਲੀ ਤੋਂ ਕੱਟ ਦਿੱਤਾ ਜਾਏਗਾ। ਉਸਮਾਨੋਵ ਅਤੇ ਹੋਰਾਂ ਦੀ ਅਮਰੀਕੀ ਜਾਇਦਾਦ ਦੀ ਵਰਤੋਂ ਤੇ ਪਾਬੰਦੀ ਲਗਾਈ ਜਾਏਗੀ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਲੱਗਦਾ ਸੀ ਕਿ ਉਹਨਾਂ ਦੀ ਫੌਜ 3-4 ਦਿਨਾਂ ਵਿੱਚ ਪੂਰੇ ਯੂਕਰੇਨ ਤੇ ਕਬਜ਼ਾ ਕਰ ਲਏਗੀ, ਪਰ ਯੂਕਰੇਨ ਦੀ ਬਹਾਦਰ ਫੌਜ ਨੇ ਅਜਿਹਾ ਨਹੀਂ ਹੋਣ ਦਿੱਤਾ। ਯੁੱਧ ਦੇ 9ਵੇਂ ਦਿਨ ਵੀ ਰੂਸ ਨੂੰ ਕੋਈ ਵੱਡੀ ਸਫਲਤਾ ਨਹੀਂ ਮਿਲੀ ਅਤੇ ਸ਼ਾਇਦ ਇਹੀ ਕਾਰਨ ਹੈ ਕਿ ਪੁਤਿਨ ਹੁਣ ਗੱਲਬਾਤ ਤੇ ਸੰਕੇਤ ਦੇ ਰਹੇ ਨੇ। ਰੂਸੀ ਰਾਸ਼ਟਰਪਤੀ ਨੇ ਯੂਕਰੇਨ ਦੇ ਸ਼ਹਿਰਾਂ ਤੇ ਬੰਬਾਰੀ ਕਰਨ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਮੰਨ ਲਈਆਂ ਜਾਂਦੀਆਂ ਨੇ ਤਾਂ ਉਹ ਗੱਲਬਾਤ ਕਰਨ ਲਈ ਤਿਆਰ ਨੇ। ਰੂਸ ਦੇ ਰਾਸ਼ਟਰਪਤੀ ਦਫ਼ਤਰ ਕ੍ਰੈਮਲਿਨ ਨੇ ਕਿਹਾ ਹੈ ਕਿ ਯੂਕਰੇਨ ਦੇ ਸ਼ਹਿਰਾਂ ਤੇ ਬੰਬ ਧਮਾਕਿਆਂ ਦੀਆਂ ਰਿਪੋਰਟਾਂ ਝੂਠੀਆਂ ਅਤੇ ਫਰਜ਼ੀ ਨੇ। ਵਲਾਦੀਮੀਰ ਪੁਤਿਨ ਦਾ ਇਹ ਬਿਆਨ ਜਰਮਨ ਚਾਂਸਲਰ ਓਲਾਫ ਸੋਲਜ਼ ਨਾਲ ਗੱਲਬਾਤ ਤੋਂ ਬਾਅਦ ਆਇਆ ਹੈ। ਪੁਤਿਨ ਨੇ ਕਿਹਾ ਕਿ ਯੂਕਰੇਨ ਦੀ ਰਾਜਧਾਨੀ ਕੀਵ ਅਤੇ ਹੋਰ ਵੱਡੇ ਸ਼ਹਿਰਾਂ ਤੇ ਹਵਾਈ ਹਮਲਿਆਂ ਦੀਆਂ ਖਬਰਾਂ ਇੱਕ ਵੱਡਾ ਪ੍ਰੋਪੇਗੈਂਡਾ ਹੈ। ਉਹਨਾਂ ਨੇ ਕਿਹਾ ਕਿ ਯੂਕਰੇਨ ਤੇ ਗੱਲਬਾਤ ਤਾਂ ਹੀ ਸੰਭਵ ਹੈ ਜੇਕਰ ਉਹਨਾਂ ਦੀਆਂ ਮੰਗਾਂ ਮੰਨ ਲਈਆਂ ਜਾਣ। ਰੂਸ ਦੀਆਂ ਮੰਗਾਂ ਵਿੱਚ ਯੂਕਰੇਨ ਨੂੰ ਇੱਕ ਨਿਰਪੱਖ ਅਤੇ ਗੈਰ ਪਰਮਾਣੂ ਰਾਜ ਬਣਾਉਣਾ, ਕ੍ਰੀਮੀਆ ਨੂੰ ਰੂਸ ਦੇ ਹਿੱਸੇ ਵਜੋਂ ਮਾਨਤਾ ਦੇਣਾ ਅਤੇ ਪੂਰਬੀ ਯੂਕਰੇਨ ਦੇ ਵੱਖਵਾਦੀ ਖੇਤਰਾਂ ਦੀ ਪ੍ਰਭੂਸੱਤਾ ਸ਼ਾਮਲ ਹੈ। ਤੀਜੇ ਦੌਰ ਦੀ ਗੱਲਬਾਤ ਨੂੰ ਲੈ ਕੇ ਰੂਸ ਤੋਂ ਉਮੀਦਾਂ ਪ੍ਰਗਟਾਈਆਂ ਗਈਆਂ ਨੇ। ਇਸ ਦੇ ਨਾਲ ਇਹ ਉਮੀਦ ਵੀ ਜਤਾਈ ਗਈ ਹੈ ਕਿ ਯੂਕਰੇਨ ਦੀ ਸਰਕਾਰ ਅਤੇ ਤਰਕਪੂਰਨ ਅਤੇ ਸਕਾਰਾਤਮਕ ਰਵੱਈਆ ਦਿਖਾਏਗੀ। ਕੀਵ ਦੇ ਵਾਰਤਾਕਾਰਾਂ ਦੇ ਅਨੁਸਾਰ ਦੋਵਾਂ ਧਿਰਾਂ ਵਿਚਕਾਰ ਗੱਲਬਾਤ ਦਾ ਅਗਲਾ ਦੌਰ ਹਫ਼ਤੇ ਦੇ ਅੰਤ ਵਿੱਚ ਹੋਣ ਦੀ ਸੰਭਾਵਨਾ ਹੈ। ਧਿਆਨਯੋਗ ਹੈ ਕਿ ਯੂਕਰੇਨ ਅਤੇ ਰੂਸ ਵਿਚਾਲੇ ਹੁਣ ਤੱਕ 2 ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਹਾਲਾਂਕਿ ਇਸ ਵਾਰਤਾ ਦਾ ਹੁਣ ਤੱਕ ਕੋਈ ਖਾਸ ਨਤੀਜਾ ਸਾਹਮਣੇ ਨਹੀਂ ਆਇਆ ਹੈ। ਯੂਕਰੇਨ ਤੇ ਹਮਲੇ ਤੋਂ ਬਾਅਦ ਦੁਨੀਆ ਦੇ ਕਈ ਦੇਸ਼ਾਂ ਨੇ ਰੂਸ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਨੇ। ਕਿਤੇ ਬੈਂਕਾਂ ਤੇ ਪਾਬੰਦੀਆਂ ਲਗਾਈਆਂ ਗਈਆਂ ਨੇ ਤੇ ਕਿਤੇ ਰੂਸ ਤੇ ਆਰਥਿਕ ਪਾਬੰਦੀਆਂ ਲਗਾਈਆਂ ਗਈਆਂ ਨੇ। ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਆਪਣੀ ਫੇਸਬੁੱਕ ਫਰੈਂਡ ਲਿਸਟ ਤੋਂ ਹਟਾ ਕੇ ਉਹਨਾਂ ਨੂੰ ਅਨਫ੍ਰੈਂਡ ਕਰ ਦਿੱਤਾ ਹੈ। ਇਹ ਖਬਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅੰਤਰਰਾਸ਼ਟਰੀ ਪੱਧਰ ਤੇ ਇੱਕ ਪਾਸੇ ਜਿੱਥੇ ਰੂਸ ਅਤੇ ਯੂਕਰੇਨ ਵਿਚਾਰ ਜੰਗ ਚੱਲ ਰਹੀ ਹੈ, ਉੱਥੇ ਹੀ ਬਾਈਡਨ ਵੱਲੋਂ ਸੋਸ਼ਲ ਮੀਡੀਆ ਤੇ ਪੁਤਿਨ ਨੂੰ ਅਨਫ੍ਰੈਂਡ ਕਰਨਾ ਚਰਚਾ ਦਾ ਵਿਸ਼ਾ ਬਣ ਗਿਆ। ਯੂਕਰੇਨ ਤੇ ਹਮਲੇ ਨੂੰ ਲੈ ਕੇ ਰੂਸ ਦੇ ਹੀ ਲੋਕ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਖਿਲਾਫ ਹੋ ਗਏ ਨੇ। ਰੂਸ ਦੀ ਰਾਜਧਾਨੀ ਮਾਸਕੋ ਸਮੇਤ ਕਈ ਵੱਡੇ ਸ਼ਹਿਰਾਂ ਵਿੱਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਹੋਏ ਨੇ। ਹੁਣ ਇੱਕ ਰੂਸੀ ਬਿਜ਼ਨਸਮੈਨ ਅਤੇ ਸਾਬਕਾ ਬੈਂਕਰ ਇਲੇਕਸ ਕੋਨਿਆਖਿਨ ਨੇ ਪੁਤਿਨ ਦੇ ਸਿਰ ਤੇ $1 ਮਿਲੀਅਨ ਦੇ ਇਨਾਮ ਦਾ ਐਲਾਨ ਕੀਤਾ ਹੈ। ਭਾਰਤੀ ਰੁਪਏ ਵਿੱਚ ਇਨਾਮ ਦੀ ਰਾਸ਼ੀ 7.5 ਕਰੋੜ ਰੁਪਏ ਦੇ ਆਸ-ਪਾਸ ਹੋਏਗੀ। ਕੋਨਿਆਖਿਨ ਨੇ ਆਪਣੇ ਫੇਸਬੁੱਕ ਅਤੇ ਲਿੰਕਡਇਨ ਤੇ ਪੁਤਿਨ ਦੀ ਤਸਵੀਰ ਵਾਲੇ ਇੱਕ ਪੋਸਟਰ ਨੂੰ ਸ਼ੇਅਰ ਕੀਤਾ ਜਿਸ ਤੇ ਲਿਖਿਆ ਵਾਂਟਡ ਡੈਡ ਔਰ ਅਲਾਈਵ ਫॉर ਮਾਸ ਮਰਡਰ ਲਿਖਿਆ ਹੋਇਆ ਹੈ। ਐਲੈਕਸ ਨੇ ਪੋਸਟ ਵਿੱਚ ਕਿਹਾ ਕਿ ਉਹ ਪੁਤਿਨ ਦੇ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਇੱਕ ਯੁੱਧ ਅਪਰਾਧੀ ਦੇ ਰੂਪ ਵਿੱਚ ਗ੍ਰਿਫਤਾਰੀ ਲਈ $1 ਮਿਲੀਅਨ ਦੇਣ ਲਈ ਤਿਆਰ ਹੈ। ਕੋਨਿਆਖਿਨ ਦੇ ਇਸ ਪੋਸਟ ਨੂੰ ਫੇਸਬੁੱਕ ਨੇ ਨਿਯਮਾਂ ਦੀ ਉਲੰਘਣਾ ਮੰਨਦੇ ਹੋਏ ਹਟਾ ਦਿੱਤਾ, ਜਿਸ ਤੋਂ ਬਾਅਦ ਰੂਸੀ ਬਿਜ਼ਨਸਮੈਨ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਮੈਂ ਲੋਕਾਂ ਨੂੰ ਪੁਤਿਨ ਨੂੰ ਮਾਰਨ ਲਈ ਨਹੀਂ ਕਹਿ ਰਿਹਾ। ਮੇਰਾ ਮਕਸਦ ਹੈ ਕਿ ਉਹਨਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਏ। ਰੂਸੀ ਹਮਲਿਆਂ ਨਾਲ ਯੂਕਰੇਨ ਹਿੱਲ ਗਿਆ ਹੈ। ਯੂਕਰੇਨ ਅਤੇ ਰੂਸ ਵਿਚਾਲੇ ਜੰਗ 10ਵੇਂ ਦਿਨ ਜਾਰੀ ਹੈ। ਪਿਛਲੇ 10 ਦਿਨਾਂ ਤੋਂ ਰਾਜਧਾਨੀ ਕੀਵ ਸਮੇਤ ਯੂਕਰੇਨ ਦੇ ਕਈ ਸ਼ਹਿਰਾਂ ਨੂੰ ਰੂਸੀ ਫੌਜ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ। ਕਈ ਸਰਕਾਰੀ ਇਮਾਰਤਾਂ, ਸਕੂਲ, ਸ਼ਹਿਰ, ਘਰ, ਮੁਹੱਲੇ ਸਭ ਤਬਾਹ ਹੋ ਚੁੱਕੇ ਨੇ। ਹੁਣ ਰੂਸ ਨੇ ਯੂਕਰੇਨ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਵੀ ਹਮਲੇ ਤੇਜ਼ ਕਰ ਦਿੱਤੇ ਨੇ। ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਲਾਂਟ ਤੇ ਕਬਜ਼ੇ ਤੋਂ ਬਾਅਦ ਦੁਨੀਆ ਵਿੱਚ ਤੜਥੱਲੀ ਮਚੀ ਹੋਈ ਹੈ। ਸਾਰੇ ਦੇਸ਼ ਇਸ ਨੂੰ ਵੱਡਾ ਪਰਮਾਣੂ ਖਤਰਾ ਮੰਨ ਰਹੇ ਨੇ। ਅਜਿਹੇ ਵਿੱਚ ਪਰਮਾਣੂ ਸ਼ਕਤੀ ਨਾਲ ਲੈਸ ਰੂਸ ਨਾਲ ਸਿੱਧੇ ਟਕਰਾਅ ਤੋਂ ਬਚਣ ਲਈ ਨਾਟੋ ਨੇ ਯੂਕਰੇਨ ਨੂੰ ਨੋ ਫਲਾਈ ਜ਼ੋਨ ਐਲਾਨਣ ਤੋਂ ਇਨਕਾਰ ਕਰ ਦਿੱਤਾ। ਨਾਟੋ ਦਾ ਮੰਨਣਾ ਹੈ ਕਿ ਇਹ ਕਦਮ ਰੂਸ ਨੂੰ ਹੋਰ ਭੜਕਾ ਸਕਦਾ ਹੈ ਅਤੇ ਕਈ ਦੇਸ਼ ਇਸ ਵਿੱਚ ਕੁੱਦ ਸਕਦੇ ਨੇ, ਜਿਸ ਨਾਲ ਪੂਰੇ ਯੂਰਪ ਵਿੱਚ ਜੰਗ ਛਿੜ ਸਕਦੀ ਹੈ। ਨਾਟੋ ਦੇ ਇਸ ਕਦਮ ਤੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਭੜਕ ਗਏ। ਉਹਨਾਂ ਨੇ ਕਿਹਾ ਕਿ ਨਾਟੋ ਦੇ ਇਸ ਕਦਮ ਨੇ ਰੂਸ ਨੂੰ ਹਰੀ ਝੰਡੀ ਦਿੱਤੀ ਹੈ, ਜਿਸ ਨਾਲ ਉਹ ਯੂਕਰੇਨ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਬੰਬਬਾਰੀ ਜਾਰੀ ਰੱਖੇਗਾ। ਦਰਅਸਲ ਯੂਕਰੇਨ ਵੱਲੋਂ ਨਾਟੋ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਯੂਕਰੇਨ ਨੂੰ ਨੋ ਫਲਾਈ ਜ਼ੋਨ ਘੋਸ਼ਿਤ ਕਰਨ ਦੀ ਅਪੀਲ ਕੀਤੀ ਹੈ।
ਤਾਂ ਜੋ ਰੂਸੀ ਹਮਲਿਆਂ ਤੋਂ ਬਚਿਆ ਜਾ ਸਕੇ। ਅਮਰੀਕੀ ਵਿਦੇਸ਼ ਮੰਤਰੀ ਦਾ ਇਹ ਵੀ ਕਹਿਣਾ ਹੈ ਕਿ ਯੂਕਰੇਨ ਨੂੰ ਨੋ ਫਲਾਈ ਜ਼ੋਨ ਘੋਸ਼ਿਤ ਕਰਨ ਦਾ ਮਤਲਬ ਹੈ ਕਿ ਉੱਥੇ ਰੂਸੀ ਜਹਾਜ਼ਾਂ ਦੀ ਘੁਸਪੈਠ ਨੂੰ ਰੋਕਣ ਲਈ ਨਾਟੋ ਨੂੰ ਆਪਣੇ ਜਹਾਜ਼ ਭੇਜਣੇ ਪੈਣਗੇ। ਇਸ ਨਾਲ ਪੂਰੇ ਯੂਰਪ ਵਿੱਚ ਜੰਗ ਸ਼ੁਰੂ ਹੋ ਜਾਏਗੀ। ਭਾਰਤੀ ਵਿਦਿਆਰਥੀ ਹਰਜੋਤ ਸਿੰਘ ਨੇ ਦੱਸਿਆ ਹੈ ਕਿ ਗੋਲੀ ਉਸਦੇ ਮੋਢੇ ਤੇ ਵੱਜ ਕੇ ਛਾਤੀ ਵਿੱਚ ਜਾ ਲੱਗੀ ਸੀ। ਲੱਤ ਦੀ ਹੱਡੀ ਵੀ ਟੁੱਟ ਗਈ ਹੈ। ਡਾਕਟਰਾਂ ਵੱਲੋਂ ਛਾਤੀ ਵਿੱਚੋਂ ਗੋਲੀ ਕੱਢਣ ਤੋਂ ਬਾਅਦ ਹਰਜੋਤ ਨੇ ਆਪਣੀ ਮਾਂ ਨਾਲ ਗੱਲ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਉਹ ਲਗਾਤਾਰ ਰੋ ਰਹੀ ਹੈ। ਆਖਰ ਮਾਂ ਜੋ ਹੈ। ਛਤਰਪੁਰ ਦਿੱਲੀ ਦੇ ਵਸਨੀਕ ਹਰਜੋਤ ਨੇ ਇਹ ਵੀ ਕਿਹਾ ਹੈ ਕਿ ਉਸ ਵਰਗੇ ਕਈ ਲੋਕ ਅਜੇ ਵੀ ਕੀਵ ਵਿੱਚ ਫਸੇ ਹੋਏ ਨੇ ਜਿਨ੍ਹਾਂ ਨੂੰ ਸਮੇਂ ਸਿਰ ਕੱਢਣ ਦੀ ਲੋੜ ਹੈ। ਉਹ ਖੁਦ ਵੀ ਕਾਫੀ ਦੇਰ ਤੋਂ ਭਾਰਤੀ ਦੂਤਘਰ ਦੇ ਅਧਿਕਾਰੀਆਂ ਨਾਲ ਬਾਹਰ ਨਿਕਲ ਕੇ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਸਨੇ ਸੋਚਿਆ ਕਿ ਉਹ ਲਵੀਵ ਤੱਕ ਪਹੁੰਚਣ ਦਾ ਕੋਈ ਸਾਧਨ ਲੱਭ ਲੈਣਗੇ, ਪਰ ਇਹ ਕੰਮ ਨਹੀਂ ਆਇਆ। ਹਰਜੋਤ ਨੇ ਕਿਹਾ ਕਿ ਵਿੱਚ ਬਹੁਤ ਸਾਰੇ ਭਾਰਤੀ ਆਪਣੇ ਆਪ ਨੂੰ ਘਰਾਂ ਵਿੱਚ ਬੰਦ ਕਰਕੇ ਬੈਠੇ ਨੇ। ਉਹਨਾਂ ਤੱਕ ਪਹੁੰਚਣ ਲਈ ਮਦਦ ਦੀ ਲੋੜ ਹੈ। ਲੋਕਾਂ ਨੂੰ ਅਸਲ ਸਥਿਤੀ ਦਾ ਪਤਾ ਹੋਣਾ ਚਾਹੀਦਾ ਹੈ। ਹਰਜੋਤ ਅਨੁਸਾਰ ਭਾਰਤੀ ਦੂਤਘਰ ਦੇ ਅਧਿਕਾਰੀਆਂ ਨੇ ਦਿਲਾਸਾ ਹੀ ਦਿੱਤਾ। ਕਈ ਵਾਰ ਪੁੱਛਣ ਤੇ ਵੀ ਉਹ ਕੋਈ ਸਹੂਲਤ ਨਹੀਂ ਪ੍ਰਦਾਨ ਕਰ ਰਹੇ ਸਨ। ਨੂਰਮਬਰਗ, ਸੀਰੀਆ, ਯਮਨ ਅਤੇ ਅਫਗਾਨਿਸਤਾਨ ਵਰਗੇ ਦੇਸ਼ਾਂ ਤੋਂ ਯੂਕਰੇਨ ਵਿੱਚ ਆ ਕੇ ਵਸੇ ਸ਼ਰਨਾਰਥੀ ਇਸ ਸਮੇਂ ਭਿਆਨਕ ਅਤੀਤ ਵਰਗੀਆਂ ਸਥਿਤੀਆਂ ਦਾ ਸਾਹਮਣਾ ਕਰ ਰਹੇ ਨੇ। ਉਹਨਾਂ ਵਿੱਚੋਂ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਨੇ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਜੰਗ ਅਤੇ ਸੰਘਰਸ਼ ਦੇਖੇ ਨੇ ਅਤੇ ਕੁਝ ਹੀ ਸਾਲਾਂ ਵਿੱਚ 3-3 ਵਾਰ ਸ਼ਰਨ ਲੈਣੀ ਪਈ ਹੈ। ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ ਦਿਨੋ-ਦਿਨ ਭਿਆਨਕ ਹੁੰਦੀ ਜਾ ਰਹੀ। ਤਾਜ਼ਾ ਖਬਰ ਹੈ ਕਿ ਰੂਸੀ ਫੌਜ ਨੇ ਹੁਣ ਯੂਕਰੇਨ ਦੇ ਸ਼ਹਿਰਾਂ ਤੇ ਬੰਬਬਾਰੀ ਕਰਨ ਦੀ ਤਿਆਰੀ ਕੱਸੀ ਹੋਈ ਹੈ। ਇਸ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਸਮੇਤ ਹੋਰ ਪੱਛਮੀ ਦੇਸ਼ਾਂ ਨੇ ਇਸ ਕਾਰਨ ਵੱਡੀ ਗਿਣਤੀ 'ਚ ਨਾਗਰਿਕਾਂ ਦੀ ਮੌਤ ਹੋਣ ਦਾ ਖਦਸ਼ਾ ਵੀ ਪ੍ਰਗਟਾਇਆ। ਇਸ ਦੇ ਨਾਲ ਹੀ ਨਾਟੋ ਨੇ ਆਪਣੀਆਂ ਫੌਜਾਂ ਨੂੰ ਅਲਰਟ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਰੂਸ ਨੇ ਪਹਿਲਾਂ ਹੀ ਕਿਹਾ ਹੈ ਕਿ ਜੇਕਰ ਕੋਈ ਯੂਕਰੇਨ ਦੀ ਮਦਦ ਕਰਦਾ ਹੈ ਤਾਂ ਇਸ ਦੀ ਭਾਰੀ ਕੀਮਤ ਚੁਕਾਉਣੀ ਪਏਗੀ। ਇਹੀ ਕਾਰਨ ਹੈ ਕਿ ਸਾਰੇ ਦੇਸ਼ ਯੂਕਰੇਨ ਦੇ ਨਾਲ ਖੜੇ ਨੇ, ਪਰ ਉੱਥੇ ਆਪਣੀ ਫੌਜ ਉਤਾਰਨ ਤੋਂ ਗੁਰੇਜ਼ ਕਰ ਰਹੇ ਨੇ। ਯੂਕਰੇਨ ਨੇ ਵੀ ਜਰਮਨੀ ਤੋਂ ਫੌਜੀ ਮਦਦ ਮੰਗੀ ਹੈ। ਯੂਕਰੇਨ ਦੇ ਰੱਖਿਆ ਮੰਤਰਾਲਾ ਨੇ ਯੁੱਧ ਦੌਰਾਨ 9166 ਰੂਸੀ ਫੌਜੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ। ਟਵੀਟ ਕਰਕੇ ਦੱਸਿਆ ਗਿਆ ਹੈ ਕਿ 24 ਫਰਵਰੀ ਤੋਂ ਚੱਲ ਰਹੇ ਇਸ ਯੁੱਧ ਵਿੱਚ ਰੂਸ ਨੇ 948 ਹਮਲਾਵਰ ਫੌਜੀ ਵਾਹਨ, ਹਮਲੇ 'ਚ ਯੋਗਦਾਨ ਪਾਉਣ ਵਾਲੇ 404 ਹੋਰ ਵਾਹਨ, 251 ਟੈਂਕ, 105 ਤੋਪਖਾਨੇ, 60 ਫਿਊਲ ਟੈਂਕਰ, 50 ਰਾਕੇਟ ਲਾਂਚਰ, 33 ਲੜਾਕੂ ਜਹਾਜ਼, 37 ਅਟੈਕ ਹੈਲੀਕਾਪਟਰ, 18 에ਅਰ ਡਿਫੈਂਸ ਸਿਸਟਮ, 3 ਡਰੋਨ ਤੇ 2 ਸਪੀਡ ਬੋਟ ਨਸ਼ਟ ਕਰ ਦਿੱਤੇ ਗਏ ਨੇ। ਇਸ ਤਰ੍ਹਾਂ ਰੂਸ ਨੂੰ ਯੂਕਰੇਨ ਵਿੱਚ ਫੌਜੀ ਜਾਨ ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਰੂਸ ਨੇ ਫੇਸਬੁੱਕ, ਟਵਿੱਟਰ ਖਿਲਾਫ ਕਾਰਵਾਈ ਕਰਦੇ ਹੋਏ ਇਹਨਾਂ ਤੇ ਪੂਰੀ ਤਰ੍ਹਾਂ ਪ੍ਰਤੀਬੰਧ ਲਗਾ ਦਿੱਤਾ ਹੈ। ਰੂਸ ਨੇ ਇਹ ਕਹਿ ਕੇ ਪ੍ਰਤੀਬੰਧ ਲਗਾਇਆ ਹੈ ਕਿ ਸਾਡੇ ਖਿਲਾਫ ਗਲਤ ਪ੍ਰਚਾਰ ਕੀਤਾ ਜਾ ਰਿਹਾ, ਇਸ ਲਈ ਰੂਸ ਵਿੱਚ ਕਾਨੂੰਨ ਬਣਾਇਆ ਗਿਆ ਹੈ। ਰੂਸ ਵਿੱਚ ਸ਼ੁੱਕਰਵਾਰ ਨੂੰ ਫੇਸਬੁੱਕ ਤੇ ਕਈ ਮੀਡੀਆ ਵੈਬਸਾਈਟ ਆਂਸ਼ਿਕ ਤੌਰ ਤੇ ਡਾਊਨ ਸਨ। ਜਾਣਕਾਰਾਂ ਦਾ ਮੰਨਣਾ ਹੈ ਕਿ ਯੂਕਰੇਨ ਤੇ ਲੜਾਈ ਵਧਣ ਤੇ ਅਧਿਕਾਰੀਆਂ ਨੇ ਆਲੋਚਨਾਤਮਕ ਆਵਾਜ਼ਾਂ ਤੇ ਨਕੇਲ ਕੱਸਣਾ ਸ਼ੁਰੂ ਕਰ ਦਿੱਤਾ। ਇਸੇ ਤਹਿਤ ਫੇਸਬੁੱਕ ਤੇ ਬੈਨ ਲਗਾ ਦਿੱਤਾ ਗਿਆ, ਜਦੋਂ ਕਿ ਟਵਿੱਟਰ ਦੇ ਰੀਚ ਨੂੰ ਹੀ ਪ੍ਰਤੀਬੰਧ ਕਰ ਦਿੱਤਾ ਗਿਆ। ਰੂਸ ਦੀ ਸੰਸਦ ਨੇ ਸ਼ੁੱਕਰਵਾਰ ਨੂੰ ਲੈ ਕੇ ਵੱਡੇ ਕਾਨੂੰਨ ਦਾ ਐਲਾਨ ਕੀਤਾ। ਸੰਸਦ ਦਾ ਦੋਸ਼ ਹੈ ਕਿ ਯੁੱਧ ਦੌਰਾਨ ਰੂਸੀ ਸੈਨਾ ਖਿਲਾਫ ਫੇਕ ਨਿਊਜ਼ ਚਲਾਇਆ ਜਾ ਰਿਹਾ। ਸੰਸਦ ਦੇ ਪਾਸ ਨਵੇਂ ਕਾਨੂੰਨ ਵਿੱਚ ਸੈਨਾ ਖਿਲਾਫ ਜਾਣਬੁੱਝ ਕੇ ਫਰਜ਼ੀ ਖਬਰ ਫੈਲਾਉਣ ਤੇ 15 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ। ਦੂਜੇ ਪਾਸੇ ਰੂਸੀ ਸਾਜ ਸੰਚਾਰ ਏਜੰਸੀ ਨੇ ਕਿਹਾ ਕਿ ਉਸਨੇ ਫੇਸਬੁੱਕ ਤੋਂ ਰਾਜ ਸਮਾਚਾਰ ਏਜੰਸੀ RIA ਨੋਵੋਸਤੀ, ਰਾਜ ਟੀਵੀ ਚੈਨਲ ਜ਼ਵੇਡਾ ਅਤੇ ਕ੍ਰੈਮਲਿਨ ਸਮਰਥਕ ਸਮਾਚਾਰ ਸਾਈਟਾਂ ਲਨੇਤਾ ਰੂ, ਗਜ਼ੇਤਾ ਰੂ ਤੇ ਵੀਰਵਾਰ ਨੂੰ ਲਗਾਏ ਗਏ ਪ੍ਰਤੀਬੰਧਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ। ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ 10ਵਾਂ ਦਿਨ। ਰੂਸੀ ਫੌਜ ਵੱਲੋਂ ਯੂਕਰੇਨ ਦੇ ਕਈ ਸ਼ਹਿਰਾਂ ਤੇ ਬੰਬਬਾਰੀ ਜਾਰੀ। ਇਸ ਵਿਚਾਲੇ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਵੱਲੋਂ ਆਪਰੇਸ਼ਨ ਗੰਗਾ ਚਲਾਇਆ ਜਾ ਰਿਹਾ। ਇਸ ਆਪਰੇਸ਼ਨ ਤਹਿਤ ਹੁਣ ਤੱਕ 11,000 ਤੋਂ ਵੱਧ ਲੋਕਾਂ ਨੂੰ ਵਾਪਸ ਲਿਆਂਦਾ ਜਾ ਚੁੱਕਾ ਹੈ। ਇਸ ਤਹਿਤ ਯੂਕਰੇਨ ਤੋਂ 229 ਭਾਰਤੀ ਨਾਗਰਿਕਾਂ ਨੂੰ ਲੈ ਕੇ ਇੰਡੀਗੋ ਦੀ ਵਿਸ਼ੇਸ਼ ਉਡਾਣ ਰੋਮਾਨੀਆ ਤੇ ਸੁਸਾਵਾ ਤੋਂ ਦਿੱਲੀ ਪਹੁੰਚੀ ਹੈ। ਸਰਕਾਰ ਆਪਰੇਸ਼ਨ ਗੰਗਾ ਤਹਿਤ ਭਾਰਤੀਆਂ ਦੀ ਵਾਪਸੀ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਸ਼ਨੀਵਾਰ ਸਵੇਰੇ 179 ਭਾਰਤੀਆਂ ਨੂੰ 에ਅਰ ਏਸ਼ੀਆ ਦੇ ਜਹਾਜ਼ ਰਾਹੀਂ ਦੇਸ਼ ਵਾਪਸ ਲਿਆਂਦਾ ਗਿਆ ਹੈ। ਇਹਨਾਂ ਸਾਰਿਆਂ ਨੂੰ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਦੇਸ਼ਾਂ ਤੋਂ ਲਿਆਂਦਾ ਗਿਆ। ਇਸ ਦੌਰਾਨ ਵਿਦੇਸ਼ ਰਾਜ ਮੰਤਰੀ ਮੁਰਲੀਧਰਨ ਨੇ ਖੁਦ ਹਵਾਈ ਅੱਡੇ ਤੇ ਪਹੁੰਚ ਕੇ ਇਹਨਾਂ ਨਾਗਰਿਕਾਂ ਦਾ ਸਵਾਗਤ ਕੀਤਾ। ਭਾਰਤੀ ਮੂਲ ਦੀ ਤਾਮਿਲ ਫਿਲਮ ਅਭਿਨੇਤਰੀ ਅਕਿਲਾ ਨਾਰਾਇਣ ਨੇ ਬੀਤੇ ਦਿਨ ਅਮਰੀਕੀ ਫੌਜ ਵਿੱਚ ਸ਼ਾਮਲ ਹੋ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ। ਅਕਿਲਾ ਨੇ ਬਤੌਰ ਇੱਕ ਵਕੀਲ ਦੇ ਤੌਰ ਤੇ ਅਮਰੀਕੀ ਫੌਜ ਨੂੰ ਜੁਆਇਨ ਕੀਤਾ ਹੈ। ਸੂਤਰਾਂ ਦੇ ਅਨੁਸਾਰ ਅਕਿਲਾ ਦੀ ਆਰਮੀ ਵਿੱਚ ਐਂਟਰੀ ਤੋਂ ਪਹਿਲਾਂ ਉਸਨੇ ਕਈ ਮਹੀਨਿਆਂ ਤੱਕ ਫੌਜ ਦੀ ਟ੍ਰੇਨਿੰਗ ਲਈ ਹੈ ਅਤੇ ਆਪਣੇ
ਸਿਖਲਾਈ ਨੂੰ ਪੂਰਾ ਕਰਨ ਦੇ ਬਾਅਦ ਹੁਣ ਉਸ ਨੂੰ ਇੱਕ ਵਕੀਲ ਦੇ ਰੂਪ ਵਿੱਚ ਅਮਰੀਕੀ ਫੌਜ ਵਿੱਚ ਸ਼ਾਮਲ ਕੀਤਾ ਗਿਆ ਹੈ। ਅਕੇਲਾ ਅਮਰੀਕੀ ਫੌਜ ਕਰਮੀਆਂ ਦੀ ਕਾਨੂੰਨੀ ਸਲਾਹਕਾਰ ਦੇ ਰੂਪ ਵਿੱਚ ਕੰਮ ਕਰੇਗੀ। ਅਮਰੀਕਾ ਵਰਗੇ ਦੇਸ਼ ਦੀ ਸੇਵਾ ਕਰਨ ਲਈ ਸੈਨਾ ਵਿੱਚ ਸ਼ਾਮਲ ਹੋਣਾ ਭਾਰਤੀਆਂ ਲਈ ਬੜੀ ਮਾਣ ਵਾਲੀ ਗੱਲ ਹੈ। ਅਮਰੀਕਾ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿ ਰਹੀ ਭਾਰਤੀ ਮੂਲ ਦੀ ਇਸ ਅਕੇਲਾ ਐਕਟਿੰਗ ਹੀ ਨਹੀਂ ਸਗੋਂ ਸੁਰ ਸੰਗੀਤ ਵਿੱਚ ਵੀ ਵਿਸ਼ੇਸ਼ ਰੁਚੀ ਰੱਖਦੀ ਹੈ। ਉਹ ਇੱਕ ਆਨਲਾਈਨ ਸਕੂਲ ਵੀ ਚਲਾਉਂਦੀ ਹੈ ਜਿਸ ਦਾ ਨਾਮ ਨਾਈਟਿੰਗੇਲ ਸਕੂਲ ਆਫ ਮਿਊਜ਼ਿਕ ਹੈ। ਇਸ ਸਕੂਲ ਵਿੱਚ ਉਹ ਕਈ ਮਿਊਜ਼ਿਕ ਲਵਰਸ ਲੋਕਾਂ ਨੂੰ ਸੰਗੀਤ ਸਿਖਾਉਂਦੀ ਸੀ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਪ੍ਰਸ਼ਾਸਨ ਨੇ ਇੱਕ ਅਹਿਮ ਐਲਾਨ ਕਰਦਿਆਂ ਕਿਹਾ ਕਿ ਅਮਰੀਕਾ 'ਚ ਜੋ ਯੂਕਰੇਨ ਦੇ ਨਾਗਰਿਕ ਨੇ ਉਹਨਾਂ ਨੂੰ ਅਗਲੇ 18 ਮਹੀਨਿਆਂ ਲਈ ਦੇਸ਼ ਵਿੱਚ ਆਰਜ਼ੀ ਸੁਰੱਖਿਅਤ ਦਰਜਾ ਦਿੱਤਾ ਜਾਏਗਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਯਾਨੀ ਕਿ DHS ਦੁਆਰਾ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਕਿ ਇਹ ਕਦਮ ਵਰਤਮਾਨ ਵਿੱਚ ਅਮਰੀਕਾ 'ਚ ਯੂਕਰੇਨੀਆਂ ਨੂੰ ਇੱਥੇ ਰਹਿਣ ਦੀ ਆਗਿਆ ਦਿੰਦਾ ਹੈ ਅਤੇ ਦੇਸ਼ ਨਿਕਾਲੇ ਦੇ ਖਤਰੇ ਨੂੰ ਦੂਰ ਕਰਦਾ ਹੈ। ਹੋਮਲੈਂਡ ਸਿਕਿਉਰਿਟੀ ਅਲੈਜੈਂਡਰੋ ਮੈਯੋਰਕਸ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਯੂਕਰੇਨ ਤੇ ਰੂਸ ਦੇ ਯੋਜਨਾਬੱਧ ਅਤੇ ਬਿਨਾਂ ਭੜਕਾਹਟ ਦੇ ਕੀਤੇ ਜਾ ਰਹੇ ਹਮਲੇ ਤੇ ਰੂਸ ਦੀ ਮੂਰਖਤਾਪੂਰਨ ਹਿੰਸਾ ਨੇ ਯੂਕਰੇਨੀਆਂ ਦੇ ਲੋਕਾਂ ਨੂੰ ਦੂਜੇ ਦੇਸ਼ਾਂ 'ਚ ਸ਼ਰਨ ਲੈਣ ਲਈ ਮਜਬੂਰ ਕੀਤਾ। ਇਹਨਾਂ ਅਸਧਾਰਨ ਸਮਿਆਂ 'ਚ ਅਸੀਂ ਸੰਯੁਕਤ ਰਾਜ ਵਿੱਚ ਰਹਿ ਰਹੇ ਯੂਕਰੇਨੀ ਨਾਗਰਿਕਾਂ ਨੂੰ ਆਪਣਾ ਸਮਰਥਨ ਅਤੇ ਸੁਰੱਖਿਆ ਪ੍ਰਦਾਨ ਜਾਰੀ ਰੱਖਾਂਗੇ। ਅਲੈਜੈਂਡਰੋ ਨੇ ਕਿਹਾ ਕਿ ਜਿਹੜੇ ਯੂਕਰੇਨੀ ਨਾਗਰਿਕ 1 ਮਾਰਚ 2022 ਤੱਕ ਅਮਰੀਕਾ 'ਚ ਨੇ ਉਹਨਾਂ ਨੂੰ ਅਸਥਾਈ ਤੌਰ ਤੇ ਸੁਰੱਖਿਆ ਪ੍ਰਦਾਨ ਕੀਤੀ ਜਾਏਗੀ, ਪਰ ਜਿਹੜੇ ਵਿਅਕਤੀ 1 ਮਾਰਚ 2022 ਤੋਂ ਬਾਅਦ ਅਮਰੀਕਾ ਵਿੱਚ ਆਉਂਦੇ ਨੇ ਉਹ IPS ਲਈ ਯੋਗ ਨਹੀਂ ਹੋਣਗੇ। ਹੋਮਲੈਂਡ ਸਿਕਿਉਰਿਟੀ ਨੇ ਇਸ ਕਦਮ ਨਾਲ ਪ੍ਰਭਾਵਿਤ ਹੋਣ ਵਾਲੇ ਯੂਕਰੇਨੀਆਂ ਦੀ ਗਿਣਤੀ ਬਾਰੇ ਅੰਕੜੇ ਤਾਂ ਨਹੀਂ ਦਿੱਤੇ, ਪਰ ਅਮਰੀਕਾ ਦੀ ਪ੍ਰਸਿੱਧ ਅਖਬਾਰ ਨੇ ਯੂਕਰੇਨੀਆਂ ਦੀ ਅਮਰੀਕਾ 'ਚ ਗਿਣਤੀ 30,000 ਦੇ ਕਰੀਬ ਦੱਸੀ ਹੈ। ਕੱਲ ਹੀ ਰਾਸ਼ਟਰਪਤੀ ਬਾਈਡਨ ਨੇ ਹਾਊਸ ਵਿੱਚ ਯੂਕਰੇਨੀਆਂ ਦੀ ਪੂਰੀ ਤਰ੍ਹਾਂ ਮਦਦ ਦਾ ਐਲਾਨ ਵੀ ਕੀਤਾ ਸੀ। ਇਸ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਵਾ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।